ਪੂਰਬੀ ਏਸ਼ੀਆ ਦੇ ਦੋ ਵੱਡੇ ਦੇਸ਼ ਚੀਨ ਅਤੇ ਜਾਪਾਨ ਦੋਵੇਂ ਦੇਸ਼ ਦੁਨੀਆ ਦੀਆਂ ਵੱਡੀਆਂ ਆਰਥਿਕ ਮਹਾਸ਼ਕਤੀਆਂ ਵਿੱਚੋਂ ਗਿਣੇ ਜਾਂਦੇ ਨੇ। ਜਾਪਾਨ ਭਾਰਤ ਦਾ ਮਿੱਤਰ ਦੇਸ਼ ਹੈ ਜਦਕਿ ਚੀਨ ਭਾਰਤ ਦਾ ਸਿਰਫ ਇੱਕ ਗੁਆਂਢੀ ਦੇਸ਼ ਹੈ। ਜਿੱਥੇ ਜਾਪਾਨ ਛੋਟੇ ਅਤੇ ਵੱਡੇ ਟਾਪੂਆਂ ਦਾ ਬਣਿਆ ਦੇਸ਼ ਹੈ, ਉੱਥੇ ਹੀ ਚੀਨ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਖੇਤਰਫਲ ਵਾਲਾ ਦੇਸ਼ ਹੈ। ਜਾਪਾਨ ਨੂੰ ਤਕਨੀਕੀ ਖੇਤਰ ਵਿੱਚ ਸਭ ਤੋਂ ਉੱਨਤ ਦੇਸ਼ਾਂ ਵਿੱਚੋਂ ਗਿਣਿਆ ਜਾਂਦਾ ਹੈ, ਜਦੋਂ ਕਿ ਚੀਨ ਨੇ ਪਿਛਲੇ 30 ਸਾਲਾਂ ਵਿੱਚ ਤਕਨੀਕੀ ਅਤੇ ਆਰਥਿਕ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ। ਪਰ ਇਸ ਸਭ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਕਈ ਦਹਾਕਿਆਂ ਤੋਂ ਤਣਾਅ ਬਣਿਆ ਹੋਇਆ ਹੈ। ਅੱਜ ਇਸ ਵੀਡੀਓ 'ਚ ਅਸੀਂ ਚਰਚਾ ਕਰਾਂਗੇ ਕਿ ਪੂਰਬੀ ਏਸ਼ੀਆ ਦੀਆਂ ਇਹਨਾਂ ਦੋ ਮਹਾਸ਼ਕਤੀਆਂ ਵਿਚਕਾਰ ਤਣਾਅ ਦਾ ਕਾਰਨ ਕੀ ਹੈ ਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦਾ ਪ੍ਰਭਾਵ ਬਾਕੀ ਦੇਸ਼ਾਂ ਤੇ ਕੀ ਪੈ ਰਿਹਾ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ। ਮੈਂ ਹਾਂ ਸ਼ਿਵਾਨੀ ਅਰੋੜਾ। ਜੇਕਰ ਅਸੀਂ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਜਾਪਾਨ ਅਤੇ ਚੀਨ ਦੇ ਸੰਬੰਧ ਸਭ ਤੋਂ ਜ਼ਿਆਦਾ ਤਣਾਅਪੂਰਨ ਸਨ ਅਤੇ ਇਸ ਦਾ ਮੁੱਖ ਕਾਰਨ ਦੂਜੀ ਚੀਨ-ਜਾਪਾਨੀ ਜੰਗ 1937 ਤੋਂ ਲੈ ਕੇ 1945 ਸੀ। ਇਸ ਯੁੱਧ ਦੌਰਾਨ ਜਾਪਾਨ ਨੇ ਚੀਨ ਦੇ ਵੱਖ-ਵੱਖ ਹਿੱਸਿਆਂ ਤੇ ਹਮਲਾ ਕੀਤਾ ਅਤੇ ਉਹਨਾਂ ਤੇ ਕਬਜ਼ਾ ਕਰ ਲਿਆ, ਜਿਸ ਨਾਲ ਨਾਨਜਿੰਗ ਕਤਲੇਆਮ ਵਰਗੀਆਂ ਭਿਆਨਕ ਘਟਨਾਵਾਂ ਵਾਪਰੀਆਂ। ਇਸ ਮਿਆਦ ਦੇ ਦੌਰਾਨ ਜਾਪਾਨੀ ਸੈਨਿਕਾਂ ਨੇ ਚੀਨੀ ਨਾਗਰਿਕਾਂ, ਔਰਤਾਂ ਅਤੇ ਸੈਨਿਕਾਂ ਦੇ ਵਿਰੁੱਧ ਅਤਿਆਚਾਰ ਕੀਤੇ, ਜਿਨ੍ਹਾਂ ਵਿੱਚ ਕਤਲ, ਬਲਾਤਕਾਰ ਅਤੇ ਹੋਰ ਅਤਿਆਚਾਰ ਸ਼ਾਮਲ ਸਨ। ਇਸ ਯੁੱਧ ਨੇ ਚੀਨੀ ਲੋਕਾਂ ਦੀ ਸਮੂਹਿਕ ਯਾਦ ਵਿੱਚ ਡੂੰਘੇ ਜ਼ਖਮ ਛੱਡੇ, ਜੋ ਅੱਜ ਵੀ ਜਿਉਂਦੇ ਹਨ। ਇਹ ਕਿਹਾ ਜਾਂਦਾ ਹੈ ਕਿ ਇਸ ਯੁੱਧ ਵਿੱਚ ਲਗਭਗ 3 ਲੱਖ ਚੀਨੀ ਲੋਕਾਂ ਦੀ ਜਾਨ ਚਲੀ ਗਈ ਅਤੇ 1 ਲੱਖ ਤੋਂ ਵੱਧ ਔਰਤਾਂ ਦਾ ਸਰੀਰਕ ਸ਼ੋਸ਼ਣ ਹੋਇਆ। ਇਸ ਜੰਗ ਨੇ ਚੀਨ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਕੀਤਾ। ਇਸ ਕਾਰਨ ਕਈ ਚੀਨੀ ਨਾਗਰਿਕਾਂ ਵਿੱਚ ਅਜੇ ਵੀ ਜਾਪਾਨ ਪ੍ਰਤੀ ਨਫ਼ਰਤ ਹੈ। ਹਾਲਾਂਕਿ ਜਾਪਾਨ ਨੇ ਆਪਣੇ ਯੁੱਧ ਅਪਰਾਧਾਂ ਲਈ ਅਧਿਕਾਰਿਤ ਤੌਰ ਤੇ ਵਿਸ਼ਵ ਪੱਧਰ ਤੇ ਮੁਆਫੀ ਮੰਗੀ ਸੀ। ਅਜਿਹਾ ਨਹੀਂ ਹੈ ਕਿ ਚੀਨ ਅਤੇ ਜਾਪਾਨ ਵਿਚਾਲੇ ਇਹ ਪਹਿਲੀ ਜੰਗ ਸੀ। ਇਸ ਤੋਂ ਪਹਿਲਾਂ 1894 ਤੋਂ ਲੈ ਕੇ 1895 ਦੀ ਚੀਨ-ਜਾਪਾਨ ਜੰਗ ਕੋਰੀਆ ਦੇ ਫੌਜੀ ਕੰਟਰੋਲ ਨੂੰ ਲੈ ਕੇ ਲੜੀ ਗਈ ਸੀ। ਇਸ ਨੂੰ ਪਹਿਲਾਂ ਚੀਨ-ਜਾਪਾਨੀ ਯੁੱਧ ਵੀ ਕਿਹਾ ਜਾਂਦਾ ਸੀ। ਜੇਕਰ ਗੱਲ ਕੀਤੀ ਜਾਵੇ ਕੋਰੀਆ ਦੀ, ਤਾਂ ਇਹ ਜਾਪਾਨ ਅਤੇ ਚੀਨ ਦੇ ਵਿਚਕਾਰ ਸਥਿਤ ਹੈ। ਕੋਰੀਆ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਜਾਪਾਨ ਲਈ ਬਹੁਤ ਮਹੱਤਵਪੂਰਨ ਸੀ। ਇਸ ਯੁੱਧ ਵਿੱਚ ਜਾਪਾਨ ਦੀ ਮੇਜੀ ਫੌਜ ਨੇ ਚੀਨ ਨੂੰ ਬੁਰੀ ਤਰ੍ਹਾਂ ਹਰਾਇਆ ਤੇ ਯੁੱਧ ਦੇ ਨਤੀਜੇ ਵਜੋਂ ਕੋਰੀਆ ਚੀਨ ਦਾ ਹਿੱਸਾ, ਮਨਚੂਰੀਆ ਅਤੇ ਤਾਇਵਾਨ ਦਾ ਕੰਟਰੋਲ ਜਾਪਾਨ ਦੇ ਹੱਥਾਂ ਵਿੱਚੋਂ ਚਲਾ ਗਿਆ। ਨਤੀਜੇ ਵਜੋਂ 17 ਅਪ੍ਰੈਲ 1895 ਨੂੰ ਚੀਨ ਨੂੰ ਹਾਰ ਸਵੀਕਾਰ ਕਰਨੀ ਪਈ ਅਤੇ ਜਾਪਾਨ ਨਾਲ ਅਪਮਾਨਜਨਕ ਸਮਝੌਤਾ ਕਰਨਾ ਪਿਆ। ਜਾਪਾਨ ਅਤੇ ਚੀਨ ਵਿਚਾਲੇ ਆਰਥਿਕ ਮੁਕਾਬਲਾ ਵੀ ਤਣਾਅ ਦਾ ਕਾਰਨ ਹੈ। ਜਾਪਾਨ ਅਤੇ ਚੀਨ ਦੁਨੀਆ ਦੀ ਦੂਜੀ ਅਤੇ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਹਨ। ਦੋਵੇਂ ਦੇਸ਼ ਪ੍ਰਮੁੱਖ ਵਪਾਰਕ ਭਾਈਵਾਲ ਹੋਣ ਦੇ ਬਾਵਜੂਦ ਗਲੋਬਲ ਮਾਰਕੀਟ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਪ੍ਰਭਾਵ ਲਈ ਮੁਕਾਬਲਾ ਕਰਦੇ ਹਨ। ਚੀਨ ਦੀ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ ਅਤੇ ਇਸ ਦੀ ਅਭਿਲਾਸ਼ੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਨੇ ਜਾਪਾਨ ਦੇ ਆਰਥਿਕ ਅਤੇ ਚੁਣੌਤਿਕ ਹਿੱਤਾਂ ਨੂੰ ਚੁਣੌਤੀ ਦਿੰਦੇ ਹੋਏ ਇਸ ਖੇਤਰ ਵਿੱਚ ਆਪਣੀ ਸ਼ਕਤੀ ਵਧਾ ਦਿੱਤੀ ਹੈ। ਜਾਪਾਨ ਨੇ ਵੀ ਇੱਕ ਵਿਰੋਧੀ ਰਣਨੀਤੀ ਅਪਣਾਈ ਹੈ। ਉਸਨੇ ਕੁਆਡ ਅਲਾਈਅੰਸ ਵਰਗੇ ਸਮਝੌਤਿਆਂ ਰਾਹੀਂ ਆਪਣੀ ਆਰਥਿਕ ਭਾਈਵਾਲੀ ਅਤੇ ਗੱਠਜੋੜ ਨੂੰ ਮਜ਼ਬੂਤ ਕੀਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਹਾਲ ਹੀ ਵਿੱਚ ਦੇਖਣ ਨੂੰ ਮਿਲਿਆ ਹੈ। ਅਗਸਤ 2023 ਵਿੱਚ ਜਾਪਾਨ ਨੇ ਪ੍ਰਸ਼ਾਂਤ ਮਹਾਸਾਗਰ ਦੇ ਆਪਣੇ ਖੇਤਰ ਵਿੱਚ ਫੁਕੂਸ਼ੀਮਾ ਰਿਐਕਟਰ ਦੇ ਪ੍ਰਮਾਣੂ ਨੂੰ ਸੁੱਟ ਦਿੱਤਾ। ਚੀਨ ਨੇ ਫਿਰ ਜਾਪਾਨੀ ਸਮੁੰਦਰੀ ਭੋਜਨ ਤੇ ਆਯਾਤ ਪਾਬੰਦੀ ਲਗਾ ਦਿੱਤੀ, ਇਹ ਕਹਿੰਦੇ ਹੋਏ ਕਿ ਪ੍ਰਦੂਸ਼ਿਤ ਪਾਣੀਆਂ ਤੋਂ ਮੱਛੀ ਅਤੇ ਹੋਰ ਸਮੁੰਦਰੀ ਭੋਜਨ ਖਪਤ ਲਈ ਅਯੋਗ ਹਨ। ਬਦਲੇ ਵਿੱਚ ਜਾਪਾਨ ਨੇ ਚੀਨ ਵਿੱਚ ਬੜੇ ਸੈਮੀਕੰਡਕਟਰਾਂ ਦੇ ਨਿਰਯਾਤ ਤੇ ਪਾਬੰਦੀ ਲਗਾ ਦਿੱਤੀ। ਇਸ ਕਦਮ ਨੇ ਚੀਨੀ ਕੰਪਨੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਹਾਲ ਦੇ 1 ਸਾਲ ਦੇ ਅੰਦਰ ਚੀਨ ਨੇ ਤਣਾਅ ਘਟਾਉਣ ਲਈ ਆਪਣੀਆਂ ਪਾਬੰਦੀਆਂ ਨੂੰ ਖਤਮ ਕਰਨਾ ਬਿਹਤਰ ਸਮਝਿਆ। ਇਤਿਹਾਸਿਕ ਕਾਰਨਾਂ, ਖੇਤਰੀ ਵਿਵਾਦਾਂ ਅਤੇ ਆਰਥਿਕ ਮੁਕਾਬਲੇ ਤੋਂ ਇਲਾਵਾ ਦੋਵਾਂ ਦੇਸ਼ਾਂ ਦੀਆਂ ਰਾਜਨੀਤਿਕ ਪ੍ਰਣਾਲੀਆਂ ਅਤੇ ਵਿਚਾਰਧਾਰਕ ਦ੍ਰਿਸ਼ਟੀਕੋਣ ਵਿੱਚ ਬੁਨਿਆਦੀ ਅੰਤਰ ਹਨ। ਜਾਪਾਨ ਇੱਕ ਲੋਕਤੰਤਰੀ ਦੇਸ਼ ਹੈ, ਜਦੋਂ ਕਿ ਚੀਨ ਇੱਕ ਪਾਰਟੀ ਰਾਸ਼ਟਰ ਹੈ ਜੋ ਕਮਿਊਨਿਸਟ ਪਾਰਟੀ ਦੁਆਰਾ ਚਲਾਇਆ ਜਾਂਦਾ ਹੈ। ਇਹ ਅੰਤਰ ਸ਼ਾਸਨ, ਮਨੁੱਖੀ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਸੰਬੰਧਾਂ ਬਾਰੇ ਉਹਨਾਂ ਦੇ ਦ੍ਰਿਸ਼ਟੀਕੋਣਾਂ ਵਿੱਚ ਅੰਤਰ ਪੈਦਾ ਕਰਦੇ ਹਨ। ਅਮਰੀਕਾ ਨਾਲ ਜਾਪਾਨ ਦਾ ਗੱਠਜੋੜ ਵੀ ਇਹਨਾਂ ਸੰਬੰਧਾਂ ਨੂੰ ਉਲਝਾਉਂਦਾ ਹੈ। ਚੀਨ ਅਮਰੀਕਾ ਜਾਪਾਨ ਸੁਰੱਖਿਆ ਗੱਠਜੋੜ ਨੂੰ ਆਪਣੀਆਂ ਖੇਤਰੀ ਇੱਛਾਵਾਂ ਦੇ ਉਲਟ ਸਮਝਦਾ ਹੈ, ਜਿਸ ਨਾਲ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਤਣਾਅ ਪੈਦਾ ਹੁੰਦਾ ਹੈ।
ਜਦੋਂ ਕਿ ਚੀਨ ਅਕਸਰ ਪੱਛਮੀ ਦੇਸ਼ਾਂ ਦਾ ਨਿਸ਼ਾਨਾ ਹੁੰਦਾ ਹੈ। ਪੱਛਮੀ ਦੇਸ਼ਾਂ ਦੇ ਜਾਪਾਨ ਨਾਲ ਮਜ਼ਬੂਤ ਸੰਬੰਧ ਹਨ। ਜਾਪਾਨ ਖੇਤਰੀ ਸੰਸਥਾਵਾਂ ਜਿਵੇਂ ਕਿ ਕੁਆਡ ਇੱਕ ਪ੍ਰਮੁੱਖ ਸਮਰਥਕ ਰਿਹਾ ਹੈ, ਜਿਸ ਵਿੱਚ ਅਮਰੀਕਾ, ਭਾਰਤ ਅਤੇ ਆਸਟ੍ਰੇਲੀਆ ਵਰਗੇ ਪ੍ਰਮੁੱਖ ਦੇਸ਼ ਵੀ ਸ਼ਾਮਿਲ ਹਨ। ਇਸ ਦੇ ਉਲਟ ਚੀਨ ਬੈਲਟ ਐਂਡ ਰੈਡ ਇਨੀਸ਼ੀਏਟਿਵ ਵਰਗੀਆਂ ਪਹਿਲਕਦਮੀਆਂ ਰਾਹੀਂ ਏਸ਼ੀਆ ਵਿੱਚ ਵਧੇਰੇ ਪ੍ਰਭਾਵਸ਼ਾਲੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਵਪਾਰ ਲਈ ਮਸ਼ਹੂਰ ਪੁਰਾਣੀ ਸਿਲਕ ਰੋਡ ਵਾਂਗ ਨਵੀਂ ਸਿਲਕ ਰੋਡ ਬਣਾਉਣਾ ਚਾਹੁੰਦਾ ਹੈ, ਜਿਸ ਵਿੱਚ ਦੁਨੀਆ ਭਰ ਦੇ 150 ਦੇਸ਼ ਸ਼ਾਮਿਲ ਹਨ। ਚੀਨ ਇਸ ਪ੍ਰੋਜੈਕਟ ਵਿੱਚ ਇੱਕ ਵੱਡਾ ਨਿਵੇਸ਼ਕ ਹੈ ਅਤੇ ਇਸ ਦੀਆਂ ਹਮਲਾਵਰ ਵਪਾਰਕ ਨੀਤੀਆਂ ਹਮੇਸ਼ਾ ਜਾਪਾਨ ਨੂੰ ਚਿੰਤਾ ਕਰਦੀਆਂ ਹਨ। ਚੀਨ ਦੀ ਵੱਧਦੀ ਫੌਜੀ ਤਾਕਤ ਵੀ ਜਾਪਾਨ ਦੀਆਂ ਮੁਸੀਬਤਾਂ ਦਾ ਵੱਡਾ ਕਾਰਨ ਹੈ। ਜਾਪਾਨ ਚੀਨ ਦੇ ਫੌਜੀ ਨਿਰਮਾਣ ਨੂੰ ਖਾਸ ਤੌਰ ਤੇ ਇਸ ਦੀ ਵੱਧ ਰਹੀ ਜਲ ਸੈਨਾ ਨੂੰ ਇੱਕ ਖਤਰੇ ਵਜੋਂ ਦੇਖਦਾ ਹੈ। ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨ ਦੀ ਹਾਰ ਤੋਂ ਬਾਅਦ 1951 ਵਿੱਚ ਅਮਰੀਕਾ ਜਾਪਾਨ ਆਪਸੀ ਸੁਰੱਖਿਆ ਸੰਧੀ ਤੇ ਦਸਤਖਤ ਕੀਤੇ ਗਏ ਸਨ, ਜਿਸ ਦੇ ਅਨੁਸਾਰ ਕਿਸੇ ਵੀ ਹਮਲੇ ਦੀ ਸਥਿਤੀ ਵਿੱਚ ਅਮਰੀਕਾ ਜਾਪਾਨ ਦੀ ਰੱਖਿਆ ਕਰੇਗਾ। ਇਸ ਸੰਧੀ ਕਾਰਨ ਹੀ ਜਾਪਾਨ ਦੀ ਆਪਣੀ ਕੋਈ ਫੌਜ ਨਹੀਂ ਹੈ, ਅਮਰੀਕੀ ਫੌਜੀ ਸਹਾਇਤਾ ਤੇ ਨਿਰਭਰ ਹੈ। ਚੀਨ ਦੀ ਵੱਧਦੀ ਸ਼ਕਤੀ ਨੇ ਜਾਪਾਨ ਨੂੰ ਆਪਣੀ ਫੌਜੀ ਤਾਕਤ ਦੁਬਾਰਾ ਬਣਾਉਣ ਲਈ ਮਜਬੂਰ ਕਰ ਦਿੱਤਾ ਹੈ। ਹਾਲਾਂਕਿ ਇਸ ਨੂੰ ਅਜਿਹਾ ਕਰਨ ਤੋਂ ਕਾਫੀ ਹੱਦ ਤੱਕ ਮਨਾਹੀ ਹੈ। ਚੀਨ ਅਮਰੀਕਾ ਦੀ ਦੁਸ਼ਮਣੀ ਵੀ ਜਾਪਾਨ ਚੀਨ ਸੰਬੰਧਾਂ ਨੂੰ ਆਮ ਵਾਂਗ ਨਹੀਂ ਹੋਣ ਦਿੰਦੀ। ਪੂਰਬੀ ਏਸ਼ੀਆ ਵਿੱਚ ਅਮਰੀਕਾ ਦਾ ਸਭ ਤੋਂ ਵੱਡਾ ਸਹਿਯੋਗੀ ਜਾਪਾਨ ਹੈ ਤੇ ਉੱਥੋਂ ਉਹ ਚੀਨ ਤੇ ਨਜ਼ਰ ਰੱਖਦਾ ਹੈ, ਜਦਕਿ ਚੀਨ ਨੂੰ ਜਾਪਾਨ ਵਿੱਚ ਅਮਰੀਕੀ ਮੌਜੂਦਗੀ ਪਸੰਦ ਨਹੀਂ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕੋਵਿਡ-19 ਮਹਾਮਾਰੀ ਨੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜਦੋਂ ਕਿ ਦੋਵਾਂ ਦੇਸ਼ਾਂ ਨੇ ਵਿਸ਼ਵਵਿਆਪੀ ਸਿਹਤ ਸੰਕਟ ਨਾਲ ਨਜਿੱਠਣ ਵਿੱਚ ਸਹਿਯੋਗ ਕੀਤਾ ਹੈ। ਵੈਕਸੀਨ ਦੀ ਵੰਡ ਅਤੇ ਵਾਇਰਸ ਦੇ ਸਰੋਤ ਵਰਗੇ ਮੁੱਦਿਆਂ ਨੂੰ ਲੈ ਕੇ ਕੂਟਨੀਤਿਕ ਤਣਾਅ ਵੀ ਦੇਖਿਆ ਗਿਆ ਹੈ। ਜਾਪਾਨ ਅਤੇ ਚੀਨ ਵਿਚਕਾਰ ਸੰਬੰਧ ਬੜੇ ਹੀ ਗੁੰਝਲਦਾਰ, ਜੋ ਇਤਿਹਾਸਿਕ, ਖੇਤਰੀ, ਆਰਥਿਕ ਅਤੇ ਵਿਚਾਰਧਾਰਕ ਕਾਰਕਾਂ ਦੁਆਰਾ ਪ੍ਰਭਾਵਿਤ ਹਨ। ਹਾਲ ਹੀ ਦੇ ਸਾਲਾਂ ਵਿੱਚ ਜਾਪਾਨ ਅਤੇ ਚੀਨ ਦੇ ਸੰਬੰਧਾਂ ਵਿੱਚ ਤਣਾਅ ਅਤੇ ਤਾਲਮੇਲ ਦੀਆਂ ਕੋਸ਼ਿਸ਼ਾਂ ਦੋਵਾਂ ਨੂੰ ਦੇਖਿਆ ਗਿਆ ਹੈ। ਉੱਚ ਪੱਧਰੀ ਕੂਟਨੀਤਿਕ ਗੱਲਬਾਤ, ਆਰਥਿਕ ਸਹਿਯੋਗ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕਾਂ ਨੇ ਤਣਾਅ ਘਟਾਉਣ ਅਤੇ ਆਪਸੀ ਸਮਝ ਨੂੰ ਵਧਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਫਿਰ ਵੀ ਖੇਤਰੀ ਵਿਵਾਦ ਅਤੇ ਇਤਿਹਾਸਿਕ ਵਿਵਾਦ ਵਰਗੀਆਂ ਡੂੰਘੀਆਂ ਸਮੱਸਿਆਵਾਂ ਅਜੇ ਵੀ ਇੱਕ ਚੁਣੌਤੀ ਬਣੀ ਹੋਈ ਹੈ। ਹੁਣ ਆਉਣ ਵਾਲੇ ਦਿਨਾਂ 'ਚ ਇਹ ਦੇਖਣਾ ਬੜਾ ਦਿਲਚਸਪ ਹੋਵੇਗਾ ਕਿ ਜਾਪਾਨ ਤੇ ਚੀਨ ਦੇ ਰਿਸ਼ਤਿਆਂ 'ਚ ਕੀ ਬਦਲਾਅ ਵੇਖਣ ਨੂੰ ਮਿਲਦਾ ਹੈ ਤੇ ਇਹਨਾਂ ਦੇ ਰਿਸ਼ਤਿਆਂ ਦਾ ਦੂਜੇ ਦੇਸ਼ਾਂ ਤੇ ਕੀ ਅਸਰ ਪੈਂਦਾ ਹੈ। ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ। ਇਦਾਂ ਦੀ ਹੋਰ ਜਾਣਕਾਰੀ ਅਸੀਂ ਤੁਹਾਡੇ ਨਾਲ ਨਿਤਮ ਪੰਜਾਬੀ ਦੇ ਸਾਂਝੀ ਕਰਦੇ ਰਹਾਂਗੇ। ਧੰਨਵਾਦ।